ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ 783 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। 82 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। ਦੋ ਬੰਦ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਆਪ ਜੀ ਨੇ ਕੱਲ ਦੀ ਕਥਾ ਵਿੱਚ ਸਰਵਣ ਕੀਤੇ ਨੇ ਸ਼ਬਦ ਦੇ ਛੰਤਾਂ ਦੇ। ਅਗਲੇ ਦੋ ਬੰਦ ਪ੍ਰਾਰੰਭ ਹੋ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਨੰਦ ਬਿਨੋਦ ਭਈ ਨਿਤ ਸਖੀਏ, ਮੰਗਲ ਸਦਾ ਹਮਾਰਾ ਰਾਮ। ਆਨੰਦ ਹੀ ਆਨੰਦ ਹੋ ਗਿਆ। ਬਿਨੋਦ ਖੇੜਾ, ਵਿਨੋਦ ਇੱਕ ਐਸੀ ਅਚਰਜਮਈ ਲੀਲਾ ਹੈ ਜਿੱਥੇ ਜਾ ਕੇ ਸੁਰਤ ਖੇੜੇ ਵਿੱਚ ਜਾ ਕੇ ਸਮਾ ਜਾਂਦੀ ਹੈ। ਹੁਣ ਆਨੰਦ ਵਿਨੋਦ ਹੋ ਗਿਆ। ਐ ਸਖੀਏ ਨੇਤੀ ਹੁਣ ਆਨੰਦ ਵਿਨੋਦ ਹੋ ਗਿਆ। ਮੰਗਲ ਸਦਾ ਹਮਾਰੇ ਰਾਮ। ਹੁਣ ਸਾਡੇ ਤਾਂ ਹਮੇਸ਼ਾ ਹੀ ਮੰਗਲ ਗਾ ਹੁੰਦੇ ਆ। ਹੁਣ ਤਾਂ ਹਮੇਸ਼ਾ ਹੀ ਖੁਸ਼ੀਆਂ ਨੇ। ਹੁਣ ਤਾਂ ਹਮੇਸ਼ਾ ਹੀ ਖੇੜੇ ਨੇ। ਕਦੋਂ ਤੋਂ ਇਹ ਸਭ ਕੁਝ ਹੋਇਆ? ਇਹ ਆਨੰਦ ਵਿਨੋਦ ਮੰਗਲ ਖੁਸ਼ੀਆਂ ਖੇੜੇ ਇਹ ਕਦੋਂ ਦੇ ਹੋ ਗਏ ਨੇ ਸਾਡੇ ਘਰ ਨਿਤ ਦੱਸਦੇ ਹਨ। ਆਪਨੜਾ ਪ੍ਰਭ ਆਪ ਸਿੰਗਾਰੀ, ਸੋਭਾਵੰਤੀ ਨਾਰੇ ਰਾਮ। ਕਹਿੰਦੇ ਜਿਸ ਦਿਨ ਤੋਂ ਆਪਣੇ ਪ੍ਰਭੂ ਨੇ ਸਾਨੂੰ ਆਪ ਖੁਦ ਸ਼ਿੰਗਾਰਿਆ ਆਪਣੇ ਹੱਥੀਂ, ਸਾਡੇ ਔਗਣ ਸਾਡੇ ਚੋਂ ਕੱਢੇ, ਸਾਨੂੰ ਗੁਣਾਂ ਦਾ ਧਾਰ ਨਹੀਂ ਬਣਾਇਆ। ਕਹਿੰਦੇ ਉਸ ਦਿਨ ਤੋਂ ਇਹ ਨਾਰ ਇਹ ਜੀਵ ਰੂਪੀ ਇਸਤਰੀ ਸੋਭਾ ਵਾਲੀ ਹੋ ਗਈ। ਸੋਭਾਵੰਤੀ ਨਾਰੇ ਰਾਮ। ਇਹ ਜੀਵ ਰੂਪੀ ਇਸਤਰੀ ਸੋਭਾ ਵਾਲੀ ਹੋ ਗਈ। ਸਹਿਜ ਸੁਭਾਏ ਭਏ ਕਿਰਪਾਲਾ, ਗੁਣ ਅਵਗਣ ਨਾ ਵਿਚਾਰਿਆ। ਸਹਿਜੇ ਹੀ ਸੁਤੇ ਸਿੱਧ ਸੁਭਾਏ ਮਾਨ ਹੋ ਗਏ। ਸਹਿਜੇ ਹੀ ਸੁਭਾਵਕ ਹੀ ਵਾਹਿਗੁਰੂ ਜੀ ਪਰਮੇਸ਼ਰ ਜੀ ਸਾਡੇ ਤੇ ਕਿਰਪਾਲ ਹੋ ਗਏ। ਕਿਰਪਾ ਦੇ ਘਰ ਵਿੱਚ ਆ ਗਏ। ਇਹ ਨਹੀਂ ਸੀ ਕੋਈ ਮੈਂ ਗੁਣ ਧਾਰਨ ਕੀਤਾ ਸੀ ਜਾਂ ਮੇਰੀ ਕੋਈ ਖੂਬੀ ਸੀ ਕਿ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ। ਸੁਭਾਵਕ ਹੀ ਉਹਨਾਂ ਨੇ ਕਿਰਪਾ ਕੀਤੀ। ਸਹਿਜ ਸੁਭਾਏ ਸੁਤੇ ਸਿੱਧ ਦੀ ਕਿਰਪਾ ਦੇ ਘਰ ਵਿੱਚ ਆ ਗਏ। ਜਦੋਂ ਸੁਤੇ ਸਿੱਧ ਸੁਭਾਵਕ ਹੀ ਕਿਰਪਾਲੂ ਹੋ ਗਏ ਮੇਰੇ ਮਾਲਕ ਜੀ ਮੇਰੇ ਤੇ, ਉਹਨਾਂ ਫਿਰ ਮੇਰਾ ਨਾ ਕੋਈ ਗੁਣ ਵੇਖਿਆ ਤੇ ਨਾ ਉਹ ਗੁਣ ਵੇਖਿਆ। ਗੁਣ ਅਵਗਣ ਨਾ ਵਿਚਾਰਿਆ। ਕਿਸੇ ਗੁਣ ਔਗਣ ਦੀ ਵਿਚਾਰ ਨਹੀਂ ਕੀਤੀ ਮੇਰੇ ਅੰਦਰ। ਇਹ ਨਹੀਂ ਵੇਖਿਆ ਇਹਦੇ ਚ ਗੁਣ ਕਿੰਨੇ ਨੇ, ਇਹਦੇ ਚ ਔਗਣ ਕਿੰਨੇ ਨੇ। ਸੁਭਾਵਕ ਹੀ। ਜੇ ਕੋਈ ਆਖੇ ਨਾ ਵੀ ਮੈਂ ਅਰਦਾਸ ਬੇਨਤੀ ਕੀਤੀ ਤਾਂ ਮੇਰੇ ਤੇ ਕਿਰਪਾਲ ਹੋਇਆ, ਜਾਂ ਕੋਈ ਆਖੇ ਵੀ ਮੇਰੇ ਕੋਲ ਹੁਨਰ ਸੀ ਤਾਂ ਮੇਰੇ ਤੇ ਕਿਰਪਾ ਕੀਤੀ ਹੈ। ਪਰਮੇਸ਼ਰ ਦੀ ਕਿਰਪਾ ਜਦੋਂ ਵਰਤਦੀ ਆ ਸੁਤੇ ਸਿੱਧ ਵਰਤਦੀ ਹੈ। ਸੁਭਾਵਕ ਪਤਾ ਨਹੀਂ ਕਿਸ ਵੇਲੇ ਕਿਹਦੇ ਤੇ ਵਰਤ ਜਾਏ। ਇਹ ਨਹੀਂ ਕਹਿ ਸਕਦੇ ਵੀ ਇਹਦੇ ਇੰਨੇ ਸਾਲ ਹੋ ਗਏ ਨੇ ਇਹਨੂੰ ਭਜਨ ਕਰਦਿਆਂ, ਹੁਣ ਇਹਦੇ ਤੇ ਕਿਰਪਾ ਹੋਣੀ ਹੈ, ਜਾਂ ਇੰਨੇ ਵਰੇ ਹੋ ਗਏ ਨੇ ਇਹਨੂੰ ਨਿਤਨੇਮ ਕਰਦਿਆਂ। ਇਹ ਨਹੀਂ ਪਤਾ ਜਿਹੜਾ ਅੱਜ ਲੱਗਾ ਸ਼ਾਇਦ ਅੱਜ ਹੀ ਉਹਦੇ ਤੇ ਕਿਰਪਾ ਹੋ ਜਾਏ। ਉਹਦੀ ਕਿਰਪਾ ਦਾ ਉਹਨੂੰ ਪਤਾ ਕਿਸ ਵੇਲੇ ਸੁਤੇ ਸਿੱਧੀ ਉਹਨੇ ਦਇਆ ਦੇ ਘਰ ਵਿੱਚ ਹੀ ਆਉਣਾ, ਕਿਰਪਾ ਦੇ ਘਰ ਵਿੱਚ ਆਉਣਾ। ਤੇ ਕਹਿੰਦੇ ਸਹਿਜ ਸੁਭਾਏ ਜਦੋਂ ਮੇਰੇ ਮਾਲਕ ਜੀ ਮੇਰੇ ਤੇ ਕਿਰਪਾਲ ਹੋਏ, ਉਹਨਾਂ ਮੇਰੇ ਕਿਸੇ ਗੁਣ ਔਗਣ ਦੀ ਵਿਚਾਰ ਨਹੀਂ ਕੀਤੀ। ਗੁਣ ਅਵਗੁਣ ਦੋਵੇਂ ਨਹੀਂ ਵਿਚਾਰੇ। ਕੰਠ ਲਗਾਏ ਲੀਏ ਜਨ ਅਪੁਨੇ, ਰਾਮ ਨਾਮ ਉਰ ਧਾਰਿਆ। ਮੇਰੇ ਮਾਲਕ ਜੀ ਨੇ ਸਾਨੂੰ ਆਪਣੇ ਗਲ ਨਾਲ ਲਾ ਲਿਆ। ਕੰਠ ਲਗਾਏ ਲੀਏ ਜਨ ਆਪਣੇ, ਆਪਣੇ ਜਨਾਂ ਨੂੰ ਆਪਣੇ ਕੰਠ ਨਾਲ ਮਿਲਾ ਲਿਆ, ਗਲ ਨਾਲ ਲਾ ਲਿਆ।
ਔਰ ਮੇਰੇ ਹਿਰਦੇ ਵਿੱਚ ਆਪਣਾ ਨਾਮ ਜਿਹੜਾ ਸੀ ਉਹ ਵਸਾ ਦਿੱਤਾ। ਮੈਂ ਹਰੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ। ਮਾਨ ਮੋਹ ਮਦ ਸਗਲ ਬਿਆਪੀ, ਕਰ ਕਿਰਪਾ ਆਪ ਨਿਵਾਰੇ। ਮਾਣ, ਮੋਹ, ਹੰਕਾਰ, ਇਹ ਵਿਕਾਰ ਸਾਰੇ ਜਗਤ ਨੂੰ ਵਿਆਪੇ ਹੋਏ ਨੇ ਨਾ। ਸਾਰਾ ਸੰਸਾਰ ਮਾਣ, ਮੋਹ, ਹੰਕਾਰ ਦੇ ਵਿੱਚ ਖਚਿਤ ਹੋ ਰਿਹਾ ਹੈ। ਮੈਨੂੰ ਵੀ ਵਿਆਪੇ ਹੋਏ ਨੇ, ਮੈਂ ਕਿਹੜਾ ਇਹਦੇ ਤੋਂ ਬਾਹਰ ਹਾਂ। ਮਾਣ, ਮੋਹ, ਹੰਕਾਰ, ਇਹਨਾਂ ਕਰਕੇ ਮੇਰੀ ਸੁਰਤ ਹਮੇਸ਼ਾ ਇਹਨਾਂ ਵਿੱਚ ਹੀ ਲੱਗੀ ਹੋਈ ਸੀ। ਹੁਣ ਮੇਰੇ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ ਹੈ ਕਿ ਆਪ ਕਿਰਪਾ ਕਰਕੇ ਮਾਣ, ਮੋਹ ਤੇ ਹੰਕਾਰ ਮੇਰੇ ਹਿਰਦੇ ਚੋਂ ਨਿਵਾਰ ਦਿੱਤੇ ਨੇ, ਦੂਰ ਕਰ ਦਿੱਤੇ ਨੇ। ਕਰ ਕਿਰਪਾ ਆਪ ਨਿਵਾਰੇ, ਆਪ ਕਿਰਪਾ ਕਰਕੇ ਨਿਵਾਰ ਦਿੱਤੇ ਨੇ, ਨਿਰਵਿਰਤ ਕਰ ਦਿੱਤੇ ਹਨ। ਕਹੋ ਨਾਨਕ ਭੈ ਸਾਗਰ ਤਰਿਆ, ਪੂਰਨ ਕਾਜ ਹਮਾਰੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਇਸ ਭੈ ਸਾਗਰ ਤੋਂ, ਡਰਾਵਣੇ ਸਾਗਰ ਤੋਂ ਤਰ ਗਿਆ। ਇਹ ਸੰਸਾਰ ਡਰਾਵਣਾ ਸਾਗਰ ਹੈ ਨਾ, ਇਹਦੇ 'ਚ ਡਾਰੀ ਨੇ, ਕਈ ਤਰ੍ਹਾਂ ਦੇ ਭੈ ਨੇ, ਕਈ ਤਰ੍ਹਾਂ ਦੇ ਸਹਿਮ ਨੇ ਸਾਗਰ ਵਿੱਚ। ਇਸ ਭੈ ਸਾਗਰ ਤੋਂ ਮੈਂ ਤਰ ਗਿਆ। ਪੂਰਨ ਕਾਜ ਹਮਾਰੇ, ਮੇਰੇ ਜਿਹੜੇ ਕੰਮ ਸੀ ਨਾ, ਇਹ ਜਨਮ ਨੂੰ ਸਵਾਰਨ ਦਾ ਜਿਹੜਾ ਕੰਮ ਸੀ, ਮੇਰਾ ਇਹ ਕੰਮ ਸਫਲ ਹੋ ਗਿਆ, ਮੇਰਾ ਇਹ ਕਾਰਜ ਰਾਸ ਹੋ ਗਿਆ, ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਨੇ। ਪੂਰਨ ਕਾਜ ਹਮਾਰੇ, ਕਾਜ ਦਾ ਜੱਜਾ ਅੱਖਰ ਮੁਕਤਾ ਹੈ ਨਾ, ਇਸ ਕਰਕੇ ਬਹੁਵਚਨ ਹੋ ਗਿਆ। ਮੇਰੇ ਜਿੰਨੇ ਵੀ ਕੰਮ ਸਨ ਉਹ ਸਾਰੇ ਕਾਰਜ ਪੂਰਨ ਹੋ ਗਏ ਨੇ। ਹੁਣ ਕੋਈ ਕੰਮ ਅਧੂਰਾ ਨਹੀਂ ਰਿਹਾ ਜਿਹਨੂੰ ਕਰਨ ਵਾਸਤੇ ਮੈਨੂੰ ਦੁਬਾਰਾ ਆਉਣਾ ਪਵੇ। ਸਾਰੇ ਕਾਰਜ ਮੇਰੇ ਮਾਲਕ ਦੇ ਤਰਸ ਨਾਲ, ਉਹਦੀ ਕਿਰਪਾ ਨਾਲ ਪੂਰਨ ਹੋ ਗਏ ਨੇ। ਪੂਰਨ ਕਾਜ ਹਮਾਰੇ, ਪੂਰਨ ਕਾਜ ਹਮਾਰੇ, ਪੂਰਨ ਕਾਜ ਹਮਾਰੇ, ਪੂਰਨ ਕਾਜ ਹਮਾਰੇ। ਪੂਰਨ ਕਾਜ ਹਮਾਰੇ, ਪੂਰਨ ਕਾਜ ਹਮਾਰੇ, ਪੂਰਨ ਕਾਜ ਹਮਾਰੇ, ਪੂਰਨ ਕਾਜ ਹਮਾਰੇ। ਸਾਡੇ ਸਾਰੇ ਕਾਰਜ ਮਾਲਕ ਜੀ ਨੇ ਪੂਰਨ ਕਰ ਦਿੱਤੇ ਹਨ। ਗੁਣ ਗੋਪਾਲ ਗਾਵੋ ਨਿਤ ਸਖੀ ਹੋ, ਸਗਲ ਮਨੋਰਥ ਪਾਏ RAM। ਐ ਸਖੀਓ, ਗੁਣ ਗਾਵੋ ਉਸ ਗੋਪਾਲ ਰਾਜੇ ਦੇ, ਗੁਣ ਗੋਪਾਲ ਗਾਵੋ ਨਿਤ ਸਖੀ ਹੋ। ਐ ਸਖੀਓ, ਨਿਤ ਉਸ ਵਾਹਿਗੁਰੂ ਦੇ, ਨਿਰੰਕਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ। ਸਗਲ ਮਨੋਰਥ ਪਾਏ RAM। ਜਦੋਂ ਉਸ ਦੇ ਗੁਣ ਗਾਵੋਗੇ ਨਾ ਤਾਂ ਤੁਹਾਡੇ ਸਾਰੇ ਮਨੋਰਥ ਪੂਰਨ ਹੋ ਜਾਣਗੇ। ਸਗਲ ਮਨੋਰਥ ਪਾਏ RAM। ਸਾਰੇ ਮਨੋਰਥ ਤੁਹਾਡੇ ਮਨ ਦੀਆਂ ਜਿੰਨੀਆਂ ਕਾਮਨਾਵਾਂ ਨੇ, ਮਰਨ ਕਾਮਨਾ ਤਾਂ ਰੱਬ ਦੇ ਗੁਣ ਗਾਇਨ ਕਰਨ ਵਾਲਿਆਂ ਦੇ ਹਿਰਦੇ 'ਚ ਹੁੰਦੀਆਂ ਹੀ ਨਹੀਂ। ਜਿਹੜਾ ਨਿਰੰਕਾਰ ਦੇ ਵਾਕਈ ਗੁਣ ਗਾਉਂਦਾ, ਵਿਖਾਵਾ ਨਹੀਂ ਨਾ ਕਰਦਾ, ਉਹਦੇ ਅੰਦਰ ਮਲਨ ਮਨੋਰਥ ਨਹੀਂ ਹੁੰਦਾ, ਮੈਲਾ ਮਨੋਰਥ ਨਹੀਂ ਹੁੰਦਾ। ਤੇ ਜਿੰਨੇ ਉਹਦੇ ਸ਼ੁਭ ਮਨੋਰਥ ਨੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਕੇ ਪੂਰਨ ਹੋ ਜਾਂਦੇ ਹਨ। ਸਫਲ ਜਨਮ ਹੋਆ ਮਿਲ ਸਾਧੂ, ਏਕ ਓੰਕਾਰ ਧਿਆਏ RAM। ਸਾਧੂ ਜਨਾਂ ਦੀ ਸੰਗਤ ਨਾਲ ਮਿਲ ਕੇ ਉਹਨਾਂ ਦੇ ਜਨਮ ਦੀ ਸਿੱਧੀ ਹੋ ਜਾਂਦੀ, ਉਹਨਾਂ ਦਾ ਜਨਮ ਸਫਲ ਹੋ ਜਾਂਦਾ। ਏਕ ਓੰਕਾਰ ਧਿਆਏ RAM। ਏਕ ਓੰਕਾਰ ਨੂੰ ਧਿਆ ਕੇ, ਏਕ ਓੰਕਾਰ ਨੂੰ ਆਰਾਧ ਕੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ। ਹਾਂਜੀ। ਜਾਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ। ਇੱਕ ਪ੍ਰਭੂ ਜਿਹੜਾ ਅਨੇਕਾਂ ਵਿੱਚ ਰਮਿਆ ਹੋਇਆ, ਉਹਨੂੰ ਜਪ। ਜਪ ਏਕ ਪ੍ਰਭੂ ਅਨੇਕ ਰਵਿਆ। ਇੱਕ ਪ੍ਰਭੂ ਨੂੰ ਜਪ
ਜਿਹੜਾ ਅਨੇਕਾਂ 'ਚ ਰਮਿਆ ਹੋਇਆ। ਅਨੇਕਾਂ ਵਿੱਚ ਰਮ ਕੇ ਵੀ ਇੱਕ ਹੈ ਨਾ, ਉਹਨੂੰ ਜਪ। ਸਰਬ ਮੰਡਲ ਛਾਇਆ, ਜਿਹੜਾ ਸਾਰਿਆਂ ਮੰਡਲਾਂ ਵਿੱਚ ਛਾਇਆ ਹੋਇਆ। ਸਰਬ ਮੰਡਲ, ਜਿੰਨੇ ਮੰਡਲ ਨੇ, ਆ ਭੂ ਮੰਡਲ ਹੈ, ਆਕਾਸ਼ ਮੰਡਲ ਹੈ, ਜਿੰਨੇ ਮੰਡਲ ਨੇ, ਉਹਨਾਂ ਸਾਰੇ ਮੰਡਲਾਂ ਵਿੱਚ ਜਿਸ ਦਾ ਪ੍ਰਤਾਪ ਹੈ, ਸਾਰਿਆਂ ਵਿੱਚ ਉਹ ਛਾਇਆ ਹੋਇਆ। ਕਹਿੰਦੇ ਉਹਨੂੰ ਜਪ। ਆਪਾਂ ਆਮ ਕਰਕੇ ਨੇ ਫਲਾਣਾ ਬੰਦਾ ਬੜਾ ਛਾਇਆ ਹੋਇਆ। ਛਾਏ ਹੋਏ ਦਾ ਮਤਲਬ ਕੀ ਹੁੰਦਾ? ਵੀ ਉਹਦੀ ਪ੍ਰਸਿੱਧੀ ਹੈ ਸਾਰੇ ਪਾਸੇ, ਸਾਰਿਆਂ ਵਿੱਚ ਉਹਦਾ ਪ੍ਰਭਾਵ ਹੈ, ਉਹਨੂੰ ਕਹਿੰਦੇ ਛਾਇਆ ਹੋਇਆ। ਪਰ ਪ੍ਰਭੂ ਹੈ ਜਿਹੜਾ ਸਾਰੇ ਥਾਵਾਂ ਤੇ ਛਾਇਆ ਹੋਇਆ, ਸਰਬ ਲੋਕਾਂ ਵਿੱਚ, ਸਰਬ ਪਤਾਲਾਂ ਵਿੱਚ, ਸਰਬ ਆਕਾਸ਼ਾਂ ਵਿੱਚ, ਸਰਬ ਬ੍ਰਹਮੰਡਾਂ ਵਿੱਚ, ਸਰਬ ਖੰਡਾਂ ਵਿੱਚ ਜਿਸ ਦਾ ਪ੍ਰਤਾਪ ਛਾਇਆ ਹੋਇਆ। ਹੇ ਭਾਈ ਉਹਨੂੰ ਜਪ, ਉਸ ਦੀ ਆਰਾਧਨਾ ਕਰ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਇਹ ਸਾਰਾ ਪਸਾਰਾ ਬ੍ਰਹਮ ਦਾ ਪਸਾਰਿਆ ਹੋਇਆ। ਇਹ ਜਿੰਨਾ ਪਸਾਰਾ ਇਹ ਬ੍ਰਹਮ ਨੇ ਪਸਾਰਿਆ। ਬ੍ਰਹਮ ਆਪ ਹੀ ਪਸਰਿਆ ਹੋਇਆ ਸਰਬ ਥਾਂ। ਉਹਨੇ ਪਸਾਰਾ ਆਪ ਪਸਾਰਿਆ ਤੇ ਪਸਰਿਆ ਵੀ ਆਪ ਹੀ ਹੋਇਆ। ਸਭ ਬ੍ਰਹਮ ਦ੍ਰਿਸ਼ਟੀ ਆਇਆ, ਸਭ ਪਾਸੇ ਬ੍ਰਹਮ ਹੀ ਨਜ਼ਰੀਆਂ ਆ ਰਿਹਾ ਹੈ। ਇਹ ਸਾਰਾ ਪਸਾਰਾ ਪ੍ਰਮਾਤਮਾ ਦਾ ਪਸਾਰਿਆ ਹੋਇਆ। ਉਹ ਇਹਦਾ ਉਪਾਦਾਨ ਕਾਰਨ ਵੀ ਆਪ ਹੈ ਔਰ ਨਿਮਿਤ ਕਾਰਨ ਵੀ ਆਪ ਹੈ। ਆਪਣੇ ਆਪ ਤੋਂ ਬਣਾਇਆ ਨਾ ਸਭ ਕੁਝ ਉਸਨੇ, ਕਿਤੋਂ ਵੱਖਰਾ ਨਹੀਂ ਕੁਝ ਲਿਆਂਦਾ। ਉਪਾਦਾਨ ਕਾਰਨ ਤੇ ਨਿਮਿਤ ਕਾਰਨ ਦਾ ਕੀ ਮਤਲਬ ਹੁੰਦਾ? ਉਪਾਦਾਨ ਕਾਰਨ ਜਿਵੇਂ ਮਿੱਟੀ ਦਾ ਘੜਾ ਬਣਾਉਣਾ ਹੁੰਦਾ ਹੈ ਤੇ ਮਿੱਟੀ ਦੇ ਘੜੇ ਦਾ ਉਪਾਦਾਨ ਕਾਰਨ ਹੈ ਮਿੱਟੀ, ਔਰ ਉਹਦਾ ਨਿਮਿਤ ਕਾਰਨ ਹੈ ਘੁਮਿਆਰ ਜਿਹਨੇ ਬਣਾਇਆ ਉਸ ਨੂੰ। ਇਹ ਸੰਸਾਰ ਦਾ ਉਪਾਦਾਨ ਕਾਰਨ ਜਿਸ ਮਟੀਰੀਅਲ ਤੋਂ ਬਣਿਆ ਉਹ ਬ੍ਰਹਮ ਆਪ ਹੈ। ਉਹਰੇ ਨੂੰ ਬਣਾਉਣ ਵਾਲਾ ਇਹਦਾ ਨਿਮਿਤ ਕਾਰਨ ਘੁਮਿਆਰ ਵੀ ਉਹ ਆਪ ਹੈ। ਹੁਣ ਘੁਮਿਆਰ ਜਿਹੜਾ ਬਣਾਉਣ ਵਾਲਾ ਹੈ ਨਿਮਿਤ ਕਾਰਨ ਹੈ, ਉਪਾਦਾਨ ਕਾਰਨ ਤੋਂ ਵੱਖਰਾ ਹੈ। ਸਾਡੇ ਹਿੰਦੁਸਤਾਨ ਦੇ 6 ਸ਼ਾਸਤਰ ਨੇ, ਉਹਨਾਂ ਵਿੱਚੋਂ ਇੱਕ ਸ਼ਾਸਤਰ ਹੈ ਪਤੰਜਲੀ ਦਾ ਯੋਗ ਸ਼ਾਸਤਰ। ਪਤੰਜਲੀ ਜੀ ਕਹਿੰਦੇ ਆ ਯੋਗ ਦੇ ਵਿੱਚ ਉਹ ਪ੍ਰਕਿਰਤੀ ਤੇ ਪੁਰਖ ਨੂੰ ਵੱਖੋ ਵੱਖਰਾ ਮੰਨਦੇ ਆ ਕਿ ਜਿਹੜੀ ਪ੍ਰਕਿਰਤੀ ਹੈ ਇਹ ਉਪਾਦਾਨ ਕਾਰਨ ਹੈ ਔਰ ਜਿਹੜਾ ਪੁਰਖ ਹੈ ਉਹ ਨਿਮਿਤ ਕਾਰਨ ਹੈ। ਉਹ ਕਹਿੰਦਾ ਹੈ ਵੀ ਜਿਹੜਾ ਵੱਖਰਾ ਬਣਾ ਕੇ, ਜਿਵੇਂ ਘੜੇ ਨੂੰ ਵੱਖਰਾ ਬਣਾ ਕੇ ਘੁਮਿਆਰ ਵੇਖਦਾ ਨਾ, ਏਦਾਂ ਵੱਖਰਾ ਪ੍ਰਕਿਰਤੀ ਨੂੰ ਬਣਾ ਕੇ ਪੁਰਖ ਨੂੰ ਵੇਖਦਾ ਹੈ ਔਰ ਉਸ ਪ੍ਰਕਿਰਤੀ ਤੋਂ ਆਪਣੀ ਸੁਰਤੀ ਨੂੰ ਉਲਟਾ ਕੇ ਅੰਤਰਮੁਖੀ ਕਰਕੇ ਸਮਾਧੀ ਸਥਿਤ ਹੋ ਜਾਏ। ਇਹ ਪਤੰਜਲੀ ਕਹਿੰਦਾ। ਉਹ ਕਹਿੰਦਾ ਉਪਾਦਾਨ ਕਾਰਨ ਵੱਖਰਾ ਹੈ ਤੇ ਨਿਮਿਤ ਕਾਰਨ ਵੱਖਰਾ ਹੈ। ਵੇਦਾਂਤ ਸ਼ਾਸਤਰ ਇਹ ਕਹਿੰਦਾ ਹੈ ਕਿ ਉਪਾਦਾਨ ਕਾਰਨ ਵੀ ਉਹ ਆਪ ਹੈ। ਗੁਰਬਾਣੀ ਵੀ ਇਹੀ ਮੰਨਦੀ ਹੈ ਔਰ ਵੇਦਾਂਤ ਸ਼ਾਸਤਰ ਵੀ ਇਹੀ ਕਹਿ ਰਿਹਾ ਕਿ ਉਪਾਦਾਨ ਕਾਰਨ ਵੀ ਇਹੀ ਹੈ, ਨਿਮਿਤ ਕਾਰਨ ਵੀ ਬ੍ਰਹਮ ਹੈ। ਉਹ ਕੀ ਉਦਾਹਰਣ ਦਿੰਦੇ ਨੇ? ਉਹ ਕਹਿੰਦੇ ਜਿਵੇਂ ਕੋਈ ਮਕੜੀ ਜਾਲਾ ਬੁਣਦੀ ਹੈ ਨਾ, ਉਸ ਜਾਲੇ ਦਾ ਉਪਾਦਾਨ ਕਾਰਨ ਵੀ ਉਹ ਮਕੜੀ ਆਪ ਹੈ। ਉਹਦੇ ਵਿੱਚੋਂ ਹੀ ਪੈਦਾ ਹੋਇਆ ਨਾ ਜਾਲਾ, ਉਹਨੇ ਬਾਹਰੋਂ ਤਾਂ ਨਹੀਂ ਲਿਆਉਂਦਾ ਕਿਤੋਂ। ਉਹਨੂੰ ਬਣਾਉਣ ਵਾਲੀ ਜਾਲੇ ਨੂੰ ਉਹਦਾ ਨਿਮਿਤ ਕਾਰਨ ਵੀ ਮਕੜੀ ਆਪ ਹੀ ਹੈ ਨਾ। ਇਸੇ ਤਰ੍ਹਾਂ ਬ੍ਰਹਮ ਇਹ ਸਾਰੇ ਜਗਤ ਦਾ ਉਪਾਦਾਨ ਕਾਰਨ ਵੀ ਆਪ ਹੈ, ਨਿਮਿਤ ਕਾਰਨ ਵੀ ਉਹ ਆਪ ਹੈ। ਜਦੋਂ ਉਹਨੇ ਕਿਹਾ ਏਕ ਮੇਵਾਏ ਪ੍ਰਜਾਇਤੀ ਬਹੁ ਸ਼ਿਆਮਾ, ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਅਨੇਕ ਰੂਪ ਹੋ ਜਾਵਾਂ, ਤਾਂ ਹੋ ਗਿਆ ਸਭ ਕੁਝ। ਉਸੇ ਤੋਂ ਬਣਿਆ, ਉਹਦੇ ਤੋਂ ਵੱਖਰਾ ਨਹੀਂ। ਇਸ ਕਰਕੇ ਇੱਥੇ ਗੁਰਦੇਵ ਕਹਿ ਰਹੇ ਨੇ ਕਿ ਉਸ ਬ੍ਰਹਮ ਨੇ ਹੀ ਆਪਣਾ ਆਪ ਪਸਾਰਿਆ। ਬ੍ਰਹਮ ਪਸਰਿਆ, ਪਸਾਰ ਕੇ ਉਹਦੇ ਵਿੱਚ ਆਪ ਹੀ ਬ੍ਰਹਮ ਪਸਰਿਆ ਹੋਇਆ। ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਿਸ ਦੀ ਬਿਰਤੀ ਬ੍ਰਹਮਾਕਾਰ ਹੋ ਗਈ, ਉਸ ਨੂੰ ਫਿਰ ਸਾਰਿਆਂ ਵਿੱਚ ਬ੍ਰਹਮ ਹੀ ਨਜ਼ਰ ਹੀ ਆਉਂਦਾ। ਉਹ ਕਹਿੰਦਾ ਸਭ ਬ੍ਰਹਮ ਹੀ ਹੈ। ਬ੍ਰਹਮ ਸਾਰਿਆਂ ਵਿੱਚ ਉਹੀ ਹੈ।
ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ। ਜਦੋਂ ਬ੍ਰਹਮ ਦ੍ਰਿਸ਼ਟੀ ਆ ਗਿਆ ਕਿਸੇ ਨੂੰ ਬ੍ਰਾਹਮਣ ਹੋ ਜਾਂਦਾ। ਜਿਸ ਨੂੰ ਬ੍ਰਹਮ ਨਜ਼ਰੀਆ ਆ ਗਿਆ ਉਹ ਬ੍ਰਾਹਮਣ ਹੋ ਗਿਆ। ਸਾਰਿਆਂ ਵਿੱਚ ਬ੍ਰਹਮ ਨਜ਼ਰ ਆ ਗਿਆ ਉਹ ਬ੍ਰਾਹਮਣ ਹੈ। ਗੁਰਬਾਣੀ ਵਿੱਚ ਬ੍ਰਾਹਮਣ ਉਹ ਨਹੀਂ ਜਿਹੜਾ ਬਾਹਮਣਾ ਦੇ ਘਰੇ ਜੰਮਿਆ। ਗੁਰਬਾਣੀ ਵਿੱਚ ਮੇਰੇ ਸਾਹਿਬ ਨੇ ਬ੍ਰਾਹਮਣ ਉਸ ਨੂੰ ਕਿਹਾ ਜਿਹੜਾ ਬ੍ਰਹਮ ਨੂੰ ਵੇਖ ਲਏ ਜਾਣ ਲਏ ਉਹ ਬ੍ਰਾਹਮਣ ਹੈ। ਉਹ ਭਾਵੇਂ ਸ਼ੂਦਰਾਂ ਦੇ ਘਰੇ ਜਨਮਿਆ ਹੋਵੇ ਉਹ ਬ੍ਰਾਹਮਣ ਥੋੜੀ ਹੈ। ਜਿਸ ਨੂੰ ਸ਼ੂਦਰ ਵਿੱਚ ਨਹੀਂ ਨਜ਼ਰ ਆਉਂਦਾ ਉਹਨੂੰ ਕਹਿੰਦਾ ਪਰੇ ਹੋ ਜਾ, ਤੇਰੀ ਛਾਂ ਨਾ ਮੇਰੇ ਤੇ ਪੈ ਜਾ। ਉਹਨੂੰ ਵੈਸ਼ ਵਿੱਚ ਨਜ਼ਰ ਨਹੀਂ ਆਉਂਦਾ। ਛਤਰੀਆਂ ਵਿੱਚ ਵੀ ਉਹਦੇ 'ਚ ਨਜ਼ਰ ਆਉਂਦਾ ਜਿਹੜਾ ਰਾਜਾ ਹੈ, ਬਾਦਸ਼ਾਹ ਵੀ ਇਹਦੇ ਕੋਲੋਂ ਦਾਨ ਮਿਲਣਾ, ਉਹਦੇ 'ਚ ਉਹਨੂੰ ਬ੍ਰਹਮ ਨਜ਼ਰ ਆਉਂਦਾ। ਇਹ ਜਿਹਦੇ ਦ੍ਰਿਸ਼ਟੀ ਦੇ ਵਿੱਚ ਵਿਤਕਰਾ ਹੋਵੇ, ਭੇਦਵਾਦੀ ਬਿਰਤੀ ਹੋਵੇ, ਉਹ ਬ੍ਰਾਹਮਣ ਕਿਵੇਂ ਹੋ ਸਕਦਾ? ਫਿਰ ਉਹ ਬ੍ਰਾਹਮਣ ਨਹੀਂ ਹੈ। ਜਿਸ ਨੂੰ ਸਰਬ ਥਾਈਂ, ਚਾਹੇ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਸਭ ਵਿੱਚ ਬ੍ਰਹਮ ਨਜ਼ਰ ਆ ਗਿਆ ਉਹ ਬ੍ਰਾਹਮਣ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਉਹ ਫਿਰ ਬ੍ਰਾਹਮਣ ਹੋ ਗਿਆ। ਹੁਣ ਇੱਥੇ ਗੁਰਦੇਵ ਕਹਿੰਦੇ ਬ੍ਰਹਮ ਦ੍ਰਿਸ਼ਟੀ ਆਇਆ। ਹੁਣ ਬ੍ਰਹਮ ਹੀ ਸਾਰੇ ਪਾਸੇ ਦ੍ਰਿਸ਼ਟੀ ਆ ਰਿਹਾ, ਨਜ਼ਰ ਆ ਰਿਹਾ। ਜਲ ਥਲ ਮਹੀਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ। ਜਲ ਵਿੱਚ, ਥਲ ਧਰਤੀ ਵਿੱਚ, ਮਈ ਅਲ ਪਤਾਲ ਵਿੱਚ, ਆਕਾਸ਼ ਵਿੱਚ, ਸਰਬ ਥਾਈਂ ਉਹ ਪੂਰਨ ਹੋ ਰਿਹਾ ਹੈ। ਪੂਰਨ ਪੂਰਿਆ ਹੋਇਆ ਤੇ ਪੂਰਨ ਹੈ। ਤਿਸ ਬਿਨਾ, ਉਹਦੇ ਤੋਂ ਬਿਨਾ ਕੋਈ ਥਾਂ ਹੈ ਹੀ ਨਹੀਂ। ਜਾਏ ਦਾ ਮਤਲਬ ਹੁੰਦਾ ਜਗ੍ਹਾ। ਕੋਈ ਇੱਕ ਜਗ੍ਹਾ ਵੀ ਐਸੀ ਨਹੀਂ ਜਿੱਥੇ ਉਹ ਨਾ ਹੋਵੇ। ਸਰਬ ਥਾਈਂ, ਹਰ ਜਗ੍ਹਾ ਤੇ ਕੋਈ ਐਸਾ ਥਾਂ, ਕੋਈ ਐਸੀ ਜਗ੍ਹਾ, ਕੋਈ ਐਸਾ ਟਿਕਾਣਾ ਨਹੀਂ ਜਿੱਥੇ ਉਹ ਨਹੀਂ ਹੈ। ਹਰ ਥਾਂ ਤੇ, ਹਰ ਜਗ੍ਹਾ ਤੇ ਉਸ ਦਾ ਨਿਵਾਸ ਹੈ। ਭਾਈ ਕਨ੍ਹਈਆ ਜੀ ਨੂੰ ਸਰਬ ਥਾਵਾਂ ਵਿੱਚ ਉਹ ਨਿਵਾਸ ਨਜ਼ਰ ਆ ਰਿਹਾ। ਉਹ ਵੇਖਦੇ ਨੇ ਕਿ ਸਰਬ ਥਾਈਂ ਗੁਰੂ ਕਲਗੀਧਰ ਜੀ ਵਿਆਪਕ ਨੇ। ਉਹ ਪਹਾੜੀ ਰਾਜਿਆਂ ਦੇ ਸਿਪਾਹੀਆਂ ਵਿੱਚ ਵੀ ਦਿਸ ਰਹੇ ਨੇ, ਉਹ ਮੁਗਲਾਂ ਤੇ ਪਠਾਨਾਂ ਵਿੱਚ ਵੀ ਦਿਸ ਰਹੇ ਨੇ, ਉਹ ਗੁਰੂ ਕੇ ਸਿੰਘਾਂ ਵਿੱਚ ਵੀ ਦਿਸ ਰਹੇ ਨੇ, ਸਭ ਵਿੱਚ। ਇਹਨੂੰ ਬ੍ਰਹਮ ਦ੍ਰਿਸ਼ਟੀ ਕਹਿੰਦੇ। ਜਦੋਂ ਭਰਮ ਦਾ ਆਂਡਾ ਟੁੱਟ ਜਾਂਦਾ ਨਾ ਤਾਂ ਉਹਦੇ ਚੋਂ ਬ੍ਰਹਮ ਗਿਆਨ ਉਪਜਦਾ ਹੈ। ਫੁੱਟੋ ਆਂਡਾ ਭਰਮ ਕਾ, ਮਨ ਹੈ ਭਇਆ ਪ੍ਰਗਾਸ। ਜਦੋਂ ਭਰਮ ਦਾ ਆਂਡਾ ਟੁੱਟਦਾ ਨਾ ਤੇ ਫਿਰ ਵਿੱਚੋਂ ਬ੍ਰਹਮ ਗਿਆਨ ਦਾ ਪ੍ਰਕਾਸ਼ ਹੁੰਦਾ। ਉਸ ਬ੍ਰਹਮ ਗਿਆਨ ਦੇ ਪ੍ਰਕਾਸ਼ ਵਿੱਚ ਫਿਰ ਸਰਬ ਥਾਈਂ ਉਹ ਪ੍ਰਕਾਸ਼ ਰੂਪ ਬ੍ਰਹਮ ਹੀ ਨਜ਼ਰ ਆਉਂਦਾ। ਉੱਥੇ ਭਰਮ ਦੀ ਦਸ਼ਾ ਵਿੱਚ ਕੋਈ ਉਹਦੇ ਤੋਂ ਵੱਖਰਾ ਭਾਸਦਾ ਹੀ ਨਹੀਂ, ਉਹਦੇ ਤੋਂ ਵੱਖਰਾ ਕੋਈ ਦਿਸਦਾ ਹੀ ਨਹੀਂ। ਉਹ ਸਰਬ ਥਾਈਂ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੋ ਜਾਂਦਾ। ਹਾਂਜੀ। ਏਕ ਦਰਸ਼ਨ ਨਾਨਕ ਬਿਗਸੇ, ਆਪ ਲੈ ਮਿਲਾਏ। ਕਹਿੰਦੇ ਉਸ ਦੇ ਦਰਸ਼ਨ ਵੇਖ ਕੇ ਕਰਕੇ ਮੈਂ ਵਿਗਸ ਗਿਆ, ਖੇੜੇ ਵਿੱਚ ਆ ਗਿਆ। ਮੇਰੇ ਮਾਲਕ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਆਪ ਆਪਣੇ ਨਾਲ ਮਿਲਾ ਲਿਆ, ਆਪਣੇ ਨਾਲ ਅਭੇਦ ਕਰ ਲਿਆ ਹੈ। ਸੂਹੀ ਮਹੱਲਾ ਪੰਜਵਾ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਇਸ ਪਾਵਨ ਸ਼ਬਦ ਦੇ ਬਾਬਤ ਉਥਾਨਕਾ ਇਸ ਤਰ੍ਹਾਂ ਵੀ ਦੱਸਦੇ ਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਸੋਭਾ ਵਿੱਚ, ਅੰਮ੍ਰਿਤਸਰ ਸਾਹਿਬ ਦੀ ਸੋਭਾ ਵਿੱਚ ਪੰਚਮ ਪਾਤਸ਼ਾਹ ਨੇ ਸ਼ਬਦ ਉਚਾਰਿਆ। ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੋਭਾ ਹੈ, ਹਰਿਮੰਦਰ ਸਾਹਿਬ ਦੀ ਸੋਭਾ ਹੈ, ਉੱਥੇ ਸਾਧ ਸੰਗਤ ਨੂੰ ਮਹਾਰਾਜ ਜੀ ਨੇ ਅਬਚਲ ਨਗਰ ਕਹਿ ਕੇ ਸਤ ਸੰਗਤ ਦੀ ਵੀ ਸੋਭਾ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਗੱਦੀ ਦਿਵਸ ਜਿਸ ਵੇਲੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਹੈ, ਉੱਥੇ ਵੀ ਕਿਹਾ ਜਾਂਦਾ ਹੈ ਪਾਵਨ ਮੁਖ ਵਾਕ ਪ੍ਰਾਪਤ ਹੋਇਆ।
ਅਬਚਲ ਨਗਰ ਗੋਬਿੰਦ ਗੁਰੂ ਕਾ। ਨਾਂਦੇੜ ਨੂੰ ਗੁਰਸਿੱਖ ਅਬਚਲ ਨਗਰ ਕਹਿੰਦੇ ਆ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਅਬਚਲ ਨਗਰ ਕਹਿੰਦੇ। ਇੱਥੇ ਅਬਚਲ ਨਗਰ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ ਨਗਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਅਬਚਲ ਹੈ, ਕਿਉਂਕਿ ਇਹਦੀ ਨੀਂਹ ਮੇਰੇ ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਨੇ ਰੱਖੀ ਹੈ। ਇਹ ਅਬਚਲ ਨਗਰ ਹੈ, ਇਹ ਗੋਬਿੰਦ ਗੁਰੂ ਦਾ ਨਗਰ ਹੈ, ਜਿੱਥੇ ਨਾਮ ਜਪ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਜਪਤ ਸੁਖ ਪਾਇਆ ਰਾਮ, ਨਾਮ ਜਪ ਕੇ ਸੁਖ ਦੀ ਪ੍ਰਾਪਤੀ ਹੁੰਦੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਾਂ ਜੂ ਵਿੱਚ ਪਰਕਰਮਾ ਵਿੱਚ ਬਹਿ ਕੇ ਜਿੰਨਾ ਭਜਨ ਕਰੀਏ ਉਹਦਾ ਕਈ ਗੁਣਾ ਵੱਧ ਫਲ ਪ੍ਰਾਪਤ ਹੁੰਦਾ। ਮਹਾਂਪੁਰਸ਼ ਕਹਿੰਦੇ ਕਈ ਗੁਣਾ ਵੱਧ। ਏਡੀ ਵੱਡੀ ਭਾਰੀ ਮਹਿਮਾ ਹੈ ਸਤਿਗੁਰਾਂ ਦੇ ਪਾਵਨ ਦਰਬਾਰ ਦੀ। ਉੱਥੇ ਇੱਕ ਵਾਰੀ ਕਿਹਾ ਵਾਹਿਗੁਰੂ, ਕਈ ਵਾਰੀ ਕਹਿਣ ਵਾਹਿਗੁਰੂ ਕਹਿਣ ਦਾ ਫਲ ਦਿੰਦਾ ਹੈ, ਤੇ ਕੀਤੇ ਹੋਏ ਇੱਕ ਪਾਪ ਕਰਮ ਦਾ ਫਲ ਵੀ ਕਈ ਗੁਣਾ ਵੱਧ ਹੋ ਕੇ ਮਿਲਦਾ ਹੈ, ਵੀ ਨਾਲ ਹੈ। ਪੁੰਨ ਕਰੇ ਉਹਦਾ ਕਈ ਗੁਣਾ ਵੱਧ ਫਲ, ਪਾਪ ਕਰੇ ਉਹਦਾ ਕਈ ਗੁਣਾ ਵੱਧ ਫਲ ਪ੍ਰਾਪਤ ਹੁੰਦਾ ਹੈ। ਲੋਕਾਂ ਤੇ ਨਿਰਭਰ ਹੈ ਕਿ ਉੱਥੇ ਜਾ ਕੇ ਕੋਈ ਪਾਪ ਚਿਤਵਦਾ ਹੈ ਕਿ ਪੁੰਨ ਚਿਤਵਦਾ। ਹੁਣ ਅਬਚਲ ਨਗਰ ਗੋਬਿੰਦ ਗੁਰੂ ਕਾ, ਸਾਧ ਸੰਗਤ ਵੀ ਅਬਚਲ ਨਗਰ ਹੈ। ਇਹ ਗੋਬਿੰਦ ਗੁਰੂ ਕਾ ਨਗਰ ਹੈ, ਜਿੱਥੇ ਗੁਰੂ ਦਾ ਵਾਸ ਹੈ ਉਹ ਸਾਧ ਸੰਗਤ ਹੈ। ਇੱਥੇ ਆ ਕੇ ਜਿਹੜੇ ਸਤ ਸੰਗਤ ਵਿੱਚ ਨਾਮ ਜਪਦੇ ਨੇ, ਨਾਮ ਦੀ ਆਰਾਧਨਾ કરે, ਸਤ ਸੰਗਤ ਹੈ ਹੀ ਉਹ ਜਿੱਥੇ ਨਾਮ ਦੀ ਮਹਿਮਾ ਹੋਵੇ, ਜਿੱਥੇ ਨਾਮ ਜਪਿਆ ਜਾਏ। ਜਿਹੜੇ ਨਾਮ ਜਪਦੇ ਨੇ ਸੁਖ ਪਾਇਆ ਰਾਮ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਨ ਇੱਛੇ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਇਹ ਕਰਤੇ ਨੇ ਆਪ ਖੁਦ ਵਸਾਇਆ ਨਾ। ਅੰਮ੍ਰਿਤਸਰ ਸਾਹਿਬ ਕਰਤਾ ਧੰਨ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨਾਲ ਗੁਰੂ ਰਾਮਦਾਸ ਸਾਹਿਬ ਨੇ ਵਸਾਇਆ। ਕਰਤੇ ਨੇ ਆਪ ਵਸਾਇਆ, ਇਸ ਕਰਕੇ ਇੱਥੇ ਆ ਕੇ ਜਿਹੜੇ ਮਾਈ ਭਾਈ ਹਾਜ਼ਰੀਆਂ ਭਰਦੇ ਨੇ ਉਹਨਾਂ ਨੂੰ ਮਨ ਇੱਛੇ ਸਰਬ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਕੋਈ ਅਰਦਾਸ ਕਰਦਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਆ ਕੇ, ਪੰਚਮ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮਨ ਇੱਛੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਹੋਵੇ ਵੀ ਕਿਉਂ ਨਾ, ਕਰਤੇ ਨੇ ਆਪ ਵਸਾਇਆ ਹੈ। ਖੁਦ ਕਰਤਾ ਆਪ ਇੱਥੇ ਟੋਕਰੀ ਢੋਂਦਾ ਰਿਹਾ। ਇਸ ਕਰਕੇ ਕਰਤੇ ਦੇ ਵਸਾਏ ਹੋਏ ਇਸ ਨਗਰ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਆ ਕੇ ਕੀਤੀ ਹੋਈ ਅਰਜ਼ੋਈ ਮਨ ਇੱਛੇ ਫਲਾਂ ਦੀ ਦਾਤ ਦਿੰਦੀ ਹੈ। ਟੁੱਟੀ ਹੋਏ ਜੇ ਪ੍ਰੀਤ ਦਰ ਤੇਰੇ ਆਮਦਾ, ਜਿਹੜਾ ਸਰਬ ਥਾਵਾਂ ਤੋਂ ਨਿਰਾਸ਼ ਹੋਇਆ ਹੋਵੇ ਤੇਰੇ ਦਰ ਤੇ ਆ ਜਾਏ ਤੇ ਉਹਦੀ ਆਸ ਵੱਜ ਜਾਂਦੀ ਹੈ ਵੀ ਇੱਥੋਂ ਮੇਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਫਿਰ ਜਦੋਂ ਸੰਗਤ ਦੀ ਮਹਿਮਾ ਕਰਦੇ ਆ, ਆਹ ਸਾਧ ਸੰਗਤ ਵੀ ਕਰਤੇ ਦੀ ਵਸਾਈ ਹੋਈ ਹੈ। ਆ ਜਿਹੜਾ ਸਤ ਸੰਗਤ ਹੈ ਜਿੱਥੇ ਆਪਾਂ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਇਹ ਸੰਗਤ ਇਸ ਮਾਤ ਲੋਕ ਦੀ ਧਰਤੀ ਤੇ ਕਰਤੇ ਨੇ ਵਸਾਈ, ਤੇ ਕਰਤੇ ਦੀ ਵਸਾਈ ਹੋਈ ਇਸ ਸਤ ਸੰਗਤ ਵਿੱਚ ਆ ਕੇ ਮਨ ਇੱਛੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਇੱਛੇ ਸੇਈ ਫਲ ਪਾਏ। ਜਿਹੜਾ ਸਤ ਸੰਗਤ ਵਿੱਚ ਜੁੜਨ ਲੱਗ ਜਾਏ, ਸਤ ਸੰਗਤ ਵਿੱਚ ਬੈਠਣ ਲੱਗ ਜਾਏ, ਸਤ ਸੰਗਤ ਵਿੱਚ ਬਹਿ ਕੇ ਕੀਰਤਨ ਕਥਾ ਸੁਣਨ ਲੱਗ ਜਾਏ, ਪਰਮੇਸ਼ਰ ਦਾ ਭਜਨ ਕਰਨ ਲੱਗ ਜਾਏ, ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਉਹਨਾਂ ਦੀਆਂ ਮਨ ਇੱਛਾਵਾਂ ਜੋ ਮਨ 'ਚ ਇੱਛਦੇ ਹੈ ਉਹ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ। ਕੋਈ ਪੁੱਛੇ ਨਾ ਸਤ ਸੰਗਤ ਦਾ ਕੀ ਪ੍ਰਤਾਪ ਹੈ, ਸਤ ਸੰਗਤ ਦੀ ਮਹਿਮਾ ਬੇਅੰਤ ਹੈ। ਮਹਿਮਾ ਸਾਧੂ ਸੰਗ ਕੀ ਕਿੱਥੋਂ ਤੱਕ ਵਰਣਨ ਕਰੀਏ, ਪਰ ਉਹਦੇ ਵਿੱਚੋਂ ਇੱਕ ਬਰਕਤ ਇਹ ਵੀ ਹੈ ਕਿ ਸਤ ਸੰਗਤ ਵਿੱਚ ਆ ਕੇ ਮਨ ਇੱਛੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਮਨ 'ਚ ਚਿਤ ਵੀਏ, ਏਦਾਂ ਕਹਿ ਲਈਏ ਵੀ ਸਤ ਸੰਗਤ ਕਾਮ ਧੇਨ ਗਊ ਹੈ। ਇੱਕ ਕਾਮ ਧੇਨ ਗਊ ਸਵਰਗ 'ਚ ਦੱਸੀ ਜਾਂਦੀ, ਉਹਦੇ ਕੋਲੋਂ ਜੋ ਮੰਗੀਏ ਮਿਲਦਾ ਨਾ।
ਪਰ ਸਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਰੂਪ ਚ ਸਾਧ ਸੰਗਤ ਕਾਮ ਧੇਨ ਗਊ ਹੈ। ਸਤ ਸੰਗਤ ਵਿੱਚ ਆ ਕੇ ਮਨ ਛਾਵਾਂ, ਜੋ ਮਨ ਚ ਚਿਤਵਦੇ ਆ ਫਲ ਪ੍ਰਾਪਤ ਹੋ ਜਾਂਦਾ। ਹਾਂਜੀ। ਕਰਤਾ ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਬਿਗਾਸੇ। ਕਰਤੇ ਨੇ ਆਪ ਵਸਾਇਆ ਹੈ ਸਾਧ ਸੰਗਤ ਨੂੰ, ਜਿੱਥੇ ਸਰਬ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਇੱਥੇ ਪੁੱਤ ਪਵਿੱਤਰ ਭਰਾ ਸਿੱਖ ਉਹ ਜਦੋਂ ਇਕੱਤਰ ਹੁੰਦੇ ਨੇ, ਭਾਈ ਬਣ ਕੇ ਭਰਾ ਬਣ ਕੇ ਇਕੱਤਰ ਹੁੰਦੇ ਆ ਸਤ ਸੰਗਤ ਵਿੱਚ, ਤੇ ਉਹ ਸਿੱਖਾਂ ਦੇ ਹਿਰਦਿਆਂ 'ਚ ਵਿਗਾਸ ਪੈਦਾ ਹੁੰਦਾ, ਖੇੜਾ ਪੈਦਾ ਹੁੰਦਾ। ਇਹ ਸਾਧ ਸੰਗਤ ਖੇੜੇ ਦਾ ਪ੍ਰਤੀਕ ਹੈ, ਵਿਗਾਸ ਦਾ ਪ੍ਰਤੀਕ ਹੈ। ਜਾਂ ਇਦਾਂ ਕਹਿ ਲਈਏ, ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਜਦੋਂ ਪੁੱਤ ਭਰਾ ਸਿੱਖ ਇਕੱਠੇ ਹੋ ਕੇ ਆਉਂਦੇ ਆ ਨਾ, ਤੇ ਸੋਢੀ ਸੁਲਤਾਨ ਪਾਤਸ਼ਾਹ ਦੇ ਦਰਬਾਰ ਨੂੰ ਵੇਖ ਕੇ ਦਰਸ਼ਨ ਕਰਕੇ ਉਹਨਾਂ ਦੇ ਹਿਰਦਿਆਂ 'ਚ ਖੇੜੇ ਖਿੜ ਜਾਂਦੇ ਆ। ਹਾਂਜੀ। ਗੁਣ ਗਾਵਹਿ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ। ਜਿਹੜੇ ਉਸ ਪੂਰਨ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਨੇ ਸੰਗਤ ਵਿੱਚ ਆ ਕੇ, ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ। ਪ੍ਰਭ ਆਪ ਸੁਆਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ। ਉਹ ਪ੍ਰਭੂ ਆਪ ਹੀ ਸਾਡਾ ਸੁਆਮੀ ਹੈ, ਆਪ ਹੀ ਸਾਡਾ ਰਖਵਾਲਾ ਹੈ, ਉਹ ਆਪ ਹੀ ਸਾਡਾ ਪਿਤਾ ਹੈ ਤੇ ਆਪ ਹੀ ਸਾਡੀ ਮਾਂ ਹੈ। ਉਹ ਪਿਤਾ ਬਣ ਕੇ ਵੀ ਦੁਲਾਰਦਾ ਹੈ, ਉਹ ਮਾਂ ਬਣ ਕੇ ਵੀ ਸਾਡੇ ਔਗਣਾਂ ਤੇ ਪਰਦਾ ਪਾਉਂਦਾ। ਐਸਾ ਦਿਆਲੂ ਹੈ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹੋ ਥਾਨ ਸੁਹਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੇ ਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਰੂਪੀ ਥਾਨ ਨੂੰ ਸੁਹਾਵਣਾ ਕੀਤਾ, ਬਣਾਇਆ। ਜਾਂ ਇਹ ਸਾਧ ਸੰਗਤ ਰੂਪੀ ਥਾਨ ਸ਼ੋਭਨੀਕ ਹੋਇਆ, ਜਿਸ ਗੁਰੂ ਨੇ ਸ਼ੋਭਨੀਕ ਕੀਤਾ। ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਵਾਂ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ऐसे गुर को बल बल जाइया, ऐसे गुर को बल बल जाइया। आप मुकत मोहे तारै, आप मुकत मोहे तारै। वाहिगुरु 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 वाहिगुरु। वाहिगुरु 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 वाहिगुरु। वाहिगुरु जी का खालसा, वाहिगुरु जी की फतेह।